ਇਹ 8ਵੀਂ ਜਮਾਤ ਦੀ ਪੰਜਾਬੀ ਪਾਠ ਪੁਸਤਕ ਦਾ ਦੂਸਰਾ ਪਾਠ ਹੈ ਤੇ ਇਹ ਕਹਾਣੀ ਦਾ ਨਾਮ ਹੈ ਪ੍ਰੇਮੀ ਦੇ ਨਿਆਣੇ। ਇਹ ਕਹਾਣੀ ਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਪ੍ਰਗਟ ਕੀਤਾ ਗਿਆ ਹੈ, ਜਿਨ੍ਹਾਂ ਦੇ ਮਨ ਵਿੱਚ ਬਚਪਨ ਦੇ ਵਿੱਚ ਹੀ ਅਜਿਹਾ ਡਰ ਬੈਠ ਜਾਂਦਾ ਹੈ ਕਿ ਵੱਡੀ ਸੜਕ ਦੇ ਉੱਤੇ ਬਹੁਤ ਸਾਰੇ ਜਾਂਗਲੀ ਪਠਾਨ ਤੇ ਰਾਸ਼ੇ ਜਿਹੜੇ ਜਾਂ ਹੋਰ ਪਰਦੇਸੀ ਜਿਹੜੇ ਹੈਗੇ ਆ ਉਹ ਲੰਘਦੇ ਹੈ ਤੇ ਉਹ ਬੱਚੇ ਜਿਹੜੇ ਹੈਗੇ ਆ ਰਾਸ਼ਿਆਂ ਤੋਂ ਬਹੁਤ ਜ਼ਿਆਦਾ ਡਰਦੇ ਆ। ਤਾਂ ਇਸ ਕਹਾਣੀ ਨੂੰ ਆਪਾਂ ਪੜ੍ਹਾਂਗੇ ਤੇ ਇਹਦੇ ਪ੍ਰਸ਼ਨ ਉੱਤਰ ਵੀ ਕਰਾਂਗੇ। 20 ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ 7 ਕੁ ਵਰ੍ਹੇ ਦਾ ਸਾਂ, ਮੇਰੀ ਵੱਡੀ ਭੈਣ 11 ਵਰ੍ਹੇ ਦੀ ਸੀ। ਸਾਡਾ ਖੇਤ ਘਰੋਂ ਮੀਲ ਕੁ ਦੀ ਵਿੱਥ ਤੇ ਸੀ। ਅੱਧ ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿੱਚੋਂ ਜਾਂਗਲੀਆਂ ਪਠਾਣਾਂ ਰਾਸ਼ਿਆਂ ਤੇ ਹੋਰ ਪ੍ਰਦੇਸੀਆਂ ਦਾ ਲਾਂਘਾ ਸੀ। ਅਸੀਂ ਸਭ ਨਿਆਣੇ, ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਡਰ ਵੀ ਆਉਂਦਾ ਸੀ, ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ। ਪਰ ਟਾਂਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਬਣਾਉਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ। ਤਾਂ ਪਹਿਲੇ ਪਹਿਰੇ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਬੱਚਿਆਂ ਲਈ ਸਭ ਤੋਂ ਉਹਨਾਂ ਦਾ ਜਿਹੜਾ ਖੇਤ ਆ ਉਹ ਘਰੋਂ 1 ਮੀਲ ਦੀ ਵਿੱਤੇ ਸੀ, ਜਿਹੜਾ ਵਿੱਚੋਂ ਇੱਕ ਜਰਨੈਲੀ ਸੜਕ ਉਹਨਾਂ ਨੂੰ ਲੰਘਣਾ ਪੈਂਦਾ ਸੀ। ਉੱਥੇ ਉਹਨਾਂ ਨੂੰ ਡਰ ਸੀ ਕਿ ਉੱਥੇ ਪਠਾਨ ਤੇ ਰਾਸ਼ੇ ਹੋ ਸਕਦੇ ਹੈ। ਤਾਂ ਇਹ ਪਹਿਲਾਂ ਹੀ ਪ੍ਰਗਟ ਕਰ ਦਿੱਤਾ ਗਿਆ ਕਿ ਬੱਚਿਆਂ ਦੇ ਲਈ ਕਿਹੜੀਆਂ ਚੀਜ਼ਾਂ ਭੈ ਦਾ ਕਾਰਨ ਸੀ ਤੇ ਕਿਉਂ ਉਹਨਾਂ ਨੂੰ ਰੋਟੀ ਪਾਉਣ ਜਿਹੜਾ ਖੇਤ ਜ਼ਰੂਰ ਜਾਣਾ ਪੈਂਦਾ ਸੀ। ਅਸੀਂ ਆਮ ਤੌਰ ਤੇ ਘਰੋਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ ਸਾਂ, ਪਰ ਜਦ ਸੜਕ 3 ਕੁ ਘੁਮਾਉਂ ਦੀ ਵਿੱਥ ਤੇ ਰਹਿ ਜਾਂਦੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਪਟੋਰਿਆਂ ਵਾਕਰ ਖਲੋ ਕੇ ਆਸੇ-ਪਾਸੇ ਤੱਕਣ ਲੱਗ ਜਾਂਦੇ ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਭੈ ਸਾਗਰ ਨੂੰ ਤਰਨ ਜੋਗੇ ਹੋ ਜਾਈਏ। ਲੇਖਕ ਆਪਣੇ ਬਚਪਨ ਦੀ ਗੱਲ ਨੂੰ ਯਾਦ ਕਰਦਾ ਦੱਸਦਾ ਹੈ ਕਿ ਉਹਨਾਂ ਨੂੰ ਕਿੰਨਾ ਡਰ ਲੱਗਦਾ ਸੀ ਤੇ ਉਹ ਸੋਚਦੇ ਸੀ ਕੋਈ ਪਿੰਡੋਂ ਆ ਜਾਵੇ ਜਾਂ ਕੋਈ ਲੰਘਦਾ ਟੱਪਦਾ ਮਿਲ ਜਾਵੇ ਤਾਂ ਉਹ ਸੜਕ ਪਾਰ ਕਰ ਸਕਣ। ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਹੀ ਮਿਲੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਤਾਂ ਦੱਸਿਆ ਗਿਆ ਇੱਥੇ ਜਿਹੜਾ ਮੇਨ ਕਹਾਣੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਸ ਨੂੰ ਦੱਸਿਆ ਗਿਆ ਕਿ ਧਾਰਮਿਕ ਸਿੱਖਿਆ ਹੀ ਉਹਨਾਂ ਨੂੰ ਘਰ ਦੇ ਵਿੱਚ ਇਸ ਤਰ੍ਹਾਂ ਦਿੱਤੀ ਗਈ ਸੀ ਕਿ ਜਿਹਦੇ ਵਿੱਚ ਡਰ ਸੁਭਾਅ ਦੇ ਵਿੱਚ ਬੈਠ ਗਿਆ ਸੀ। ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਲਾਂ ਕੋਲੋਂ ਨਰਕ ਸੁਰਗ ਦੀਆਂ ਕਹਾਣੀਆਂ ਸੁਣਦੇ। ਸੁਰਗ ਤਾਂ ਸਾਨੂੰ ਖੇਤ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ, ਤਾਂ ਨਰਕ ਦੀ ਗੱਲ ਕੀਤੀ, ਸਭ ਤੋਂ ਵੱਡਾ ਨਰਕ ਉਹਨਾਂ ਨੂੰ ਲੱਗਦਾ ਸੀ ਮਦਰਸਾ। ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਤੇ ਜਾਨੀ ਦੂਸਰਾ ਨਰਕ ਉਹ ਸਮਝਦੇ ਸੀ ਖੇਤ ਜਿਹੜੀ ਰੋਟੀ ਦੇਣ ਜਾਣਾ ਉਸ ਨੂੰ ਸਭ ਤੋਂ ਵੱਡਾ ਨਰਕ ਲੱਗਦਾ ਸੀ। ਗੱਲ ਕੀ ਸਾਡੇ ਨਿਆਣੇ ਰਾਹ ਦੇ ਹਰ ਮੋੜ ਤੇ ਨਰਕ ਜਾਣੋ ਘਾਤ ਲਾਈ ਖਲੋਤਾ ਹੁੰਦਾ। ਖਬਰੇ ਇਸ ਸੜਕ ਦਾ ਭੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗੇ ਇਸ ਨਰਕ ਨੂੰ ਲੰਘਣਾ ਪੈਣ ਕਰਕੇ ਇਹ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ। ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ ਵਿਚਲਾ ਭੈ ਸਾਗਰ। ਤਾਂ ਉਹ ਲੇਖਕ ਦੱਸਦਾ ਹੈ ਕਿ ਭਲਾਂ ਦੀ ਖੇਤ ਸੁਰਗ ਸੀ, ਪਰ ਰੋਟੀ ਲੈ ਕੇ ਜਾਣ ਦੀ ਜਿਹੜੀ ਖੇਚਲ ਸੀ ਤੇ ਜਰਨੈਲੀ ਸੜਕ ਨੂੰ ਪਾਰ ਕਰਨਾ ਉਹਨੂੰ ਨਰਕ ਦੀ ਤਰ੍ਹਾਂ ਮਹਿਸੂਸ ਹੁੰਦਾ ਸੀ। ਸਿਆਲ ਦੇ ਦਿਨ ਸਨ। ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਨਿੱਘੀ ਧੁੱਪ ਪੈ ਰਹੀ ਸੀ। ਅਸੀਂ ਤੁਰੇ ਜਾਂਦੇ ਵੀ ਜਾਣੋ ਸਿਆਲ ਦੀ ਧੁੱਪ ਵਿੱਚ ਨੀਂਦ ਦਾ ਨਿੱਘ ਲੈ ਰਹੇ ਸਾਂ, ਪਰ ਦਿਲ ਵਿੱਚ ਸੜਕ ਲੰਘਣ ਦੇ ਡਰ ਚੂਹੇ ਵਾਂਗ ਕੁਤਰ ਰਿਹਾ ਸੀ। ਪਰ ਹਾਲਾਂਕਿ ਮੌਸਮ ਬਹੁਤ ਵਧੀਆ ਸੀਗਾ, ਪਰ ਜਿਹੜਾ ਮਨ ਦੇ ਵਿੱਚ ਡਰ ਸੀ ਉਹ ਉਹਨਾਂ ਨੂੰ ਲਗਾਤਾਰ ਖਾਈ ਜਾ ਰਿਹਾ ਸੀ। ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਸੀ ਰਾਜਾ, ਉਹਦੀ ਰਾਣੀ ਮਰ ਗਈ। ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ, ਤੂੰ ਮੈਨੂੰ ਇੱਕ ਇਕਰਾਰ ਦੇ। ਰਾਜੇ ਨੇ ਪੁੱਛਿਆ, ਕੀ? ਮੈਂ ਕਹਾਣੀ ਵੱਲੋਂ ਧਿਆਨ ਮੋੜ ਕੇ ਪਿਛਾਂਹ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ
ਜਾਣ ਵਾਲਾ ਆ ਰਿਹਾ ਹੋਵੇ। ਤੂੰ ਸੁਣਦਾ ਨਹੀਂ ਵੀਰ, ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ। ਨਹੀਂ ਮੈਂ ਸੁਣਦਾ, ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ। ਅੱਛਾ, ਜਦ ਉਹ ਰਾਣੀ ਮਰਨ ਲੱਗੀ ਤਾਂ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ ਪੁੱਛਿਆ, ਕੀ? ਰਾਣੀ ਨੇ ਕਿਹਾ, ਤੂੰ ਹੋਰ ਵਿਆਹ ਨਾ ਕਰਾਈ। ਸੱਚ, ਮੈਂ ਦੱਸਣਾ ਭੁੱਲ ਗਈ, ਰਾਣੀ ਦੇ 2 ਪੁੱਤ ਤੇ 1 ਧੀ ਵੀ ਸੀਗੇ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਂ-ਪਿਓ ਵਰਗੇ ਭਾਸਦੇ। ਜੇ ਸਾਡੀ ਮਾਂ ਮਰਨ ਲੱਗੇ ਸਾਡੇ ਪਿਓ ਨੂੰ ਵੀ ਇਹ ਵਚਨ ਦੇਣ ਲਈ ਆਖੇ, ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇ, ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹਦਾ ਪੁੱਤ ਆਪਣਾ ਆਪ। ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ। ਸੁਣਾ ਗਾਹਾਂ, ਮੈਂ ਉਸ ਨੂੰ ਪਹਿਲੀ ਤਰ੍ਹਾਂ ਹੀ ਖਰਵੇ ਬੋਲ ਨਾਲ ਆਖਿਆ। ਰਾਣੀ ਨੇ ਕਿਹਾ, ਬਈ ਮੇਰੇ ਪੁੱਤ ਧੀ ਨੂੰ ਮਤਰੇਈ ਦੁੱਖ ਦੇਊਗੀ। ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ ਬਣ ਕੇ ਦੱਸਿਆ। ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ, ਚੰਗਾ, ਮੈਂ ਕਰਾਰ ਦਿੰਦਾ। ਜਿਵੇਂ ਕਿਤੇ ਜੇ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ। ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹ ਭੁੱਲ ਜਾਂਦੇ ਹਨ, ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਸ ਸੂਝ ਨੂੰ ਆਪਣੇ ਦਿਲਾਂ ਤੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ। ਪਰ ਰਾਜੇ ਨੇ ਝਾਟੀ ਦੂਜਾ ਵਿਆਹ ਕਰਵਾ ਲਿਆ। ਇੱਥੋਂ ਤੱਕ ਆਪਾਂ ਕਹਾਣੀ ਜਿਹੜੀ ਪੜ੍ਹੀ ਹੈ, ਉਹ ਕਹਾਣੀ ਅਸਲ ਦੇ ਵਿੱਚ ਇਸ ਕਰਕੇ ਸੁਣਾ ਰਿਹਾ ਤਾਂ ਕਿ ਉਹ ਜਿਹੜਾ ਹੈਗਾ ਆਰਾਮ ਦੇ ਨਾਲ ਸੜਕ ਪਾਰ ਕਰ ਸਕਣ। ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ। ਅਸਾਂ ਸੁੱਖ ਦਾ ਸਾਹ ਭਰਿਆ ਤੇ ਉਸ ਨੂੰ ਨਾਲ ਰਲਾਉਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ, ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਇਹ ਬਾਤ ਦਾ ਪਖੰਡ ਰਚਿਆ ਸੀ, ਉਹ ਪੂਰਾ ਨਾ ਹੋ ਸਕਿਆ। ਸਾਡਾ ਖਿਆਲ ਸੀ ਕਿ ਬਾਤ ਦੇ ਰਜੇਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ, ਪਰ ਹੁਣ ਸੜਕ ਘੁਮਾਉਣ ਕੋ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ। ਅਸੀਂ ਦੋਵੇਂ ਸਹਿਮ ਕੇ ਖਲੋ ਗਏ। 10-20 ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੱਧ ਗਿਆ। ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਟ ਦਾ ਵਾਸਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਪਿਆ ਸੀ। ਤਾਂ ਬੱਚੇ ਤਾਂ ਪਹਿਲਾਂ ਹੀ ਡਰਦੇ ਸੀ ਤੇ ਦੂਸਰਾ ਜਿਹੜਾ ਹੈਗਾ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਡਰ ਲੱਗਿਆ, ਕਿਉਂਕਿ ਉਹ ਤਾਂ ਪਹਿਲਾਂ ਹੀ ਰਾਸ਼ਾ ਤੇ ਪਠਾਣਾ ਤੋਂ ਡਰਦੇ ਸੀ। ਉਹਨਾਂ ਨੂੰ ਡਰ ਸੀ ਕਿ ਉਹ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਆ। ਤਾਂ ਹੁਣ ਉਹਨਾਂ ਨੂੰ ਇੱਕ ਜਿਹੜਾ ਹੈਗਾ ਆਦਮੀ ਪਿਆ ਦਿਖਿਆ ਤਾਂ ਉਹ ਦੇਖ ਬੀਬੀ ਰਾਸ਼ਾ ਪਿਆ। ਉਸ ਆਦਮੀ ਨੇ ਪਾਸਾ ਪਰਤਿਆ, ਇਹ ਤਾਂ ਹਿਲਦਾ ਜਾਗਦਾ। ਮੇਰੀ ਭੈਣ ਨੇ ਸਹਿਮ ਕੇ ਆਖਿਆ, ਹੁਣ ਕੀ ਕਰੀਏ, ਇਹ ਆਪਾਂ ਨੂੰ ਫੜ ਲਊ। ਹੋਰ ਕੀ, ਉਸਨੇ ਜਵਾਬ ਦਿੱਤਾ। ਅਸੀਂ ਰਾਤ ਨੂੰ ਘਰੋਂ ਬਾਹਰ ਤਾਂ ਘੱਟ ਹੀ ਨਿਕਲੇ ਸਾਂ, ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ, ਫਿਰ ਡਰ ਹਟ ਜਾਂਦਾ ਹੈ। ਆਪਾਂ ਵੀ ਵਾਹਿਗੁਰੂ ਵਾਹਿਗੁਰੂ ਕਰੀਏ। ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਹੀ ਡਰਦੇ। ਆਦਮੀ ਨੇ ਹੀ, ਮੇਰੀ ਭੈਣ ਨੇ ਕਿਹਾ। ਮੈਂ ਮੰਨ ਗਿਆ। ਸੜਕ ਵਿੱਚ ਪਿਆ ਰਾਸ਼ਾ ਦਾ ਆਦਮੀ ਸੀ। ਉਹ ਰੱਬ ਤੋਂ ਕਦ ਡਰਨ ਲੱਗਾ ਸੀ। ਤਾਂ ਫੇਰ ਹੁਣ ਕੀ ਕਰੀਏ? ਅਸੀਂ 5-7 ਮਿੰਟ ਸਹਿਮ ਕੇ ਖਲੋਤੇ ਰਹੇ। ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੀ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ ਤਾਂ ਮਿਲੇਗਾ, ਪਰ ਇਹ ਆਸ ਪੂਰੀ ਹੁੰਦੀ ਨਾ ਦਿਸੀ। ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ, ਪਰ ਅਜਿਹੇ ਸਮੇਂ ਅਸੀਂ ਉਸ ਵੇਲੇ ਇੱਕ ਦੂਸਰੇ ਦੇ ਚਿਹਰਿਆਂ ਵਿੱਚ ਕੀ ਲੱਭ ਸਕਦੇ ਸਾਂ? ਸਾਡਾ ਭੁਲੱਪਣ, ਸਾਡੀ ਏਕਤਾ ਬੇਕਰਾਰ ਹੋਏ ਖਲੋਤੇ ਸਨ। ਕੁਝ ਮਿੰਟਾਂ ਬਾਅਦ ਮੇਰਾ ਰੋਣਾ ਨਿਕਲ ਗਿਆ। ਤਾਂ ਲੇਖਕ ਜਾਨੀ ਇੰਨਾ ਡਰ ਗਿਆ ਕਿ ਉਹ ਰੋਣ ਲੱਗ ਗਿਆ। ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅੱਥਰੂ ਪੂੰਝਦਿਆਂ ਆਖਿਆ, ਨਾ ਵੀਰ, ਰੋਣਾ ਕਿਉਂ ਹੈ? ਆਪਾਂ ਇੱਥੇ ਖੜੋਨੇ ਆ, ਹੁਣੇ ਪਿੰਡੋਂ ਕੋਈ ਆ ਜਾਊ। ਅਸੀਂ ਕੁਝ ਕਦਮ ਸੜਕ ਵੱਲ ਪੁੱਟੇ, ਫਿਰ ਖਲੋ ਗਏ ਤੇ ਫਿਰ ਉਹ ਹੀ 5 ਕਦਮ ਮੁੜ ਆਏ। ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਅਦ ਕਿਹਾ, ਆਪਾਂ ਕਹਾਂਗੇ ਸੀ ਤਾਂ ਪੇਮੀ ਦੇ ਨਿਆਣੇ ਆ, ਸਾਨੂੰ ਨਾ ਫੜ। ਉਸ ਦੇ ਮੂੰਹ ਵਿੱਚ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ
ਹੁਣ ਤਾਂ ਜਦ ਉਹ ਮੇਰੇ ਵੱਲ ਝੁਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ, ਉਹ ਖੁਦ ਪ੍ਰੇਮੀ ਬਣੀ ਹੋਈ ਸੀ। ਮੇਰੇ ਦਿਲ ਨੂੰ ਢਾਰਸ ਵੱਜ ਗਈ। ਰਾਸ਼ੇ ਨੂੰ ਜਦ ਪਤਾ ਲੱਗਾ ਕਿ ਅਸੀਂ ਪ੍ਰੇਮੀ ਦੇ ਨਿਆਣੇ ਹਾਂ ਤਾਂ ਉਹ ਸਾਨੂੰ ਕੁਝ ਨਹੀਂ ਆਖੇਗਾ, ਨਹੀਂ ਪਕੜੇਗਾ। ਜਿਵੇਂ ਕੰਬਦਾ ਚਿਹਰਾ ਤੇ ਥਿੜਕਦੇ ਪੈਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ, ਉਵੇਂ ਹੀ ਅਸੀਂ ਪ੍ਰੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ। ਰਾਸ਼ਾ ਉਸੇ ਤਰ੍ਹਾਂ ਪਿਆ ਰਿਹਾ। ਤਾਂ ਇਹ ਕਹਾਣੀ ਜਿਹੜੀ ਬੱਚਿਆਂ ਦੇ ਮਾਨਸਿਕ ਡਰ ਨੂੰ ਦਰਸਾਉਂਦੀ ਹੈ ਤੇ ਡਰ ਦੇ ਵਿੱਚ ਕਿਸ ਤਰ੍ਹਾਂ ਉਹ ਬੜੀ ਮੁਸ਼ਕਲ ਨਾਲ ਆਪਣੀ ਜਿਹੜੀ ਹੈਗੀ ਹੈ ਸੜਕ ਪਾਰ ਕਰਦੇ। ਹੁਣ ਆਪਾਂ ਜਿਹੜੇ ਪ੍ਰਸ਼ਨ ਇਹਦੇ ਉਹ ਦੇਖਾਂਗੇ। ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ। ਤਾਂ ਕਹਾਣੀ ਦੇ ਵਿੱਚ ਆਇਆ ਕਿ ਉਹਨਾਂ ਨੂੰ ਹਰ ਰੋਜ਼ ਖੇਤ ਰੋਟੀ ਦੇਣ ਜਾਣਾ ਪੈਂਦਾ ਸੀਗਾ। ਅਤੇ ਕਿਉਂਕਿ ਪਹਿਲੇ ਪਹਿਰੇ 'ਚ ਜਿਸ ਤਰ੍ਹਾਂ ਆ ਗਿਆ ਸੀ, ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਇੱਥੇ ਕਿ ਪਰਟਾਂਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜ਼ਰੂਰ ਜਾਣਾ ਪੈਂਦਾ ਸੀ। ਤਾਂ ਇਹ ਸੀਗਾ ਕਾਰਨ ਵੀ ਕਿਉਂ ਜਾਣਾ ਪੈਂਦਾ ਸੀ ਖੇਤ, ਬਾਪੂ ਤੇ ਕਾਮੇ ਦੀ ਜਿਹੜੀ ਰੋਟੀ ਲੈ ਕੇ ਜਾਣਾ ਪੈਂਦਾ ਸੀ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਦੂਸਰਾ ਪ੍ਰਸ਼ਨ ਹੈ, ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਲੱਗਦੀ ਸੀ ਤੇ ਕਿਉਂ? ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ ਸਾਗਰ ਲੱਗਦਾ ਸੀ। ਕਿਉਂ ਲੱਗਦਾ ਸੀ? ਕਿਉਂਕਿ ਉਹਨਾਂ ਨੂੰ ਡਰ ਲੱਗਦਾ ਸੀ ਕਿ ਉੱਥੇ ਰਾਸ਼ੇ ਤੇ ਪਠਾਨ ਹੁੰਦੇ ਆ ਤੇ ਉਹ ਬੱਚਿਆਂ ਨੂੰ ਚੁੱਕ ਕੇ ਵੀ ਲੈ ਜਾਂਦੇ ਆ। ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸੁਰਗ ਆਖਦਾ ਹੈ? ਲੇਖਕ ਨੂੰ ਮਦਰਸੇ ਜਾਣਾ ਨਰਕ ਲੱਗਦਾ ਹੈ ਤੇ ਨਾਲ ਹੀ ਜਿਹੜਾ ਹੈਗਾ ਉਹ ਜਰਨੈਲੀ ਜਿਹੜੀ ਸੜਕ ਪਾਰ ਕਰਨੀ ਉਹ ਵੀ ਉਹਨੂੰ ਨਰਕ ਲੱਗਦਾ ਹੈ। ਤਾਂ ਸਵਰਗ ਦਾ ਜਿਹੜਾ ਉਹਨੇ ਜ਼ਿਕਰ ਕੀਤਾ ਸੀ ਕਿ ਖੇਤ ਸੁਰਗ ਸੀਗਾ, ਪਰ ਖੇਤ ਰੋਟੀ ਲੈ ਕੇ ਜਾਣਾ ਉਹਨੂੰ ਨਰਕ ਲੱਗਦਾ ਸੀ। ਤਾਂ ਇਹ ਮਦਰਸਾ ਵੀ ਨਰਕ ਸੀ, ਇੱਥੇ ਆ ਗਿਆ ਸੀ ਜਿੱਥੇ ਤੀਰ ਦਾ ਨਿਸ਼ਾਨ ਹੈ। ਤੇ ਨਾਲ ਹੀ ਜਿਹੜਾ ਹੈਗਾ ਖੇਤ ਰੋਟੀ ਲੈ ਕੇ ਜਾਣਾ ਤੇ ਜਰਨੈਲੀ ਸੜਕ ਪਾਰ ਕਰਨਾ ਉਹ ਵੀ ਉਹਨੂੰ ਨਰਕ ਲੱਗਦਾ ਸੀ। ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰਸ਼ਨ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕੀ ਲਿਖਿਆ। ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਦਾ ਕਿਹੜਾ ਤਰੀਕਾ ਸੋਚਿਆ? ਉਹਨਾਂ ਨੇ ਇੱਕ ਕਹਾਣੀ ਸ਼ੁਰੂ ਕੀਤੀ ਸੀ। ਉਹ ਸੋਚਦੇ ਸੀ ਵੀ ਕਹਾਣੀ ਸੁਣਾਉਂਦੇ ਜਾਂ ਤਾਂ ਕੋਈ ਪਿੱਛੋਂ ਪਿੰਡੋਂ ਆ ਜਾਊਗਾ, ਉਹਦੇ ਨਾਲ ਸੜਕ ਰਲ ਕੇ ਸੜਕ ਪਾਰ ਕਰ ਲੈਣਗੇ, ਜਾਂ ਫਿਰ ਉਹ ਕਹਾਣੀ ਦੇ ਲਾਲਚ 'ਚ ਲੱਗੇ ਹੋਏ ਸੜਕ ਪਾਰ ਕਰ ਜਾਣਗੇ। ਤੇ ਉਸ ਤੋਂ ਬਾਅਦ ਆਹ ਪ੍ਰਸ਼ਨ ਹੈ, ਭੈਣ ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ? ਜਦੋਂ ਕਹਾਣੀ ਨੇ ਉਹਨਾਂ ਦਾ ਸਾਥ ਨਾ ਦਿੱਤਾ ਤਾਂ ਅਖੀਰ ਜਦੋਂ ਲੇਖਕ ਰੋਣ ਲੱਗ ਪਿਆ ਤਾਂ ਉਹਦੀ ਭੈਣ ਨੇ ਕਿਹਾ ਵੀ ਆਪਾਂ ਉਸ ਰਾਸ਼ੇ ਨੂੰ ਕਹਿ ਦਿਆਂਗੇ ਕਿ ਅਸੀਂ ਤਾਂ ਪ੍ਰੇਮੀ ਦੇ ਨਿਆਣੇ ਹਾਂ। ਕਿਉਂਕਿ ਪ੍ਰੇਮੀ ਸ਼ਬਦ ਲੇਖਕ ਦੀ ਭੈਣ ਦੇ ਮੂੰਹੋਂ ਬੜਾ ਮਿੱਠਾ ਨਿਕਲਦਾ ਸੀ। ਤਾਂ ਇਸ ਤਰ੍ਹਾਂ ਉਹ ਇਹ ਲਾਲਚ ਦੇ ਵਿੱਚ ਜਾਂ ਇਹ ਵਿਚਾਰ ਦੇ ਵਿੱਚ ਹੀ ਸੜਕ ਪਾਰ ਕਰਨ ਵਿੱਚ ਸਫਲ ਹੋ ਗਏ। ਔਖੇ ਸ਼ਬਦਾਂ ਦੇ ਅਰਥ ਹੈ ਇਹ ਆਪਾਂ ਸਾਰੇ ਪੜ੍ਹ ਲੈਣੇ ਆ ਤੇ ਯਾਦ ਕਰਨ ਦੀ ਵੀ ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ। ਵੀਰ ਅਰਥ ਭਰਾ ਹੁੰਦਾ, ਪਠੋਰੇ ਮੇਮਣੇ ਜਾਂ ਲੇਲੇ ਆ, ਵਾਕਰ ਵਾਂਗ, ਭੈ ਸਾਗਰ ਭਾਵ ਸਾਗਰ। ਤੇ ਇਸ ਤੋਂ ਇਲਾਵਾ ਵਾਕਰ ਵਾਂਗ, ਭੈ ਸਾਗਰ ਭਾਵ ਸਾਗਰ, ਮਦਰਸਾ ਸਕੂਲ ਜਾਂ ਪਾਠਸ਼ਾਲਾ, ਕਰਾਰ ਕਰਾਓ, ਕੌਲ ਪਰਨ ਵਚਨ, ਟਟੰਬਰ ਕੇ, ਡੌਰ ਭੌਰ ਹੋ ਕੇ ਡਰ ਕੇ, ਘਮਾਉਂ ਕੂ 8 ਕਨਾਲਾਂ ਦਾ ਥਾਂ। ਤਾਂ ਇਸ ਤਰ੍ਹਾਂ ਹੋਰ ਵੀ ਔਖੇ ਸ਼ਬਦਾਂ ਦੇ ਅਰਥ ਦਿੱਤੇ ਹੋਏ ਆ, ਤੁਸੀਂ ਇਹ ਪੜ੍ਹ ਲੈਣੇ ਆ। ਉਸ ਤੋਂ ਬਾਅਦ ਵਾਕਾਂ ਦੇ ਵਿੱਚ ਵਰਤੋਂ ਦਿੱਤਾ ਹੋਇਆ ਹੈ। ਪਾਠ ਦੇ ਵਿੱਚੋਂ ਦੇਖ ਕੇ ਵਾਕਾਂ ਦੇ ਵਿੱਚੋਂ ਵਰਤੋਂ ਕਰ ਲੈਣੇ ਆ। ਮੁਸ਼ਕਲ ਘੱਟ ਹੀ ਹੁੰਦਾ ਹੈ, ਬਹੁਤ ਜ਼ਿਆਦਾ ਜਿਹੜੀ ਕਿਤੇ ਔਖੀ ਘੜੀ ਜਾਂ ਔਖੀ ਜਗ੍ਹਾ, ਔਖਾ ਸਥਾਨ ਜਿੱਥੇ ਡਰ ਲੱਗਦਾ ਹੋਵੇ। ਉਸ ਤੋਂ ਬਾਅਦ ਹੈ ਸ਼ਰਨ, ਕਿਸੇ ਦੀ ਸ਼ਰਨ ਦੇ ਵਿੱਚ ਚਲੇ ਜਾਣਾ। ਉਸ ਤੋਂ ਬਾਅਦ ਹੈਗਾ ਮੰਤਵ, ਉਦੇਸ਼, ਰੁਝੇਵਾਂ, ਰੁੱਝਿਆ ਹੋਇਆ, ਗੁਸਤਾਖੀ, ਗਲਤੀ, ਦਿਲਾਸਾ, ਆਪਣੇ ਆਪ ਨੂੰ ਹੌਸਲਾ ਦੇਣਾ, ਟਟੰਬਰ ਕੇ, ਡਰ ਕੇ, ਡੌਰ ਭੌਰ ਹੋ ਕੇ, ਹੈਰਾਨ ਹੋ ਕੇ, ਘਾਤ ਲਈ ਖਲੋਤਾ, ਹਮਲਾ ਕਰਨ ਲਈ
ਲਿਖਿਆ ਹੋਇਆ। ਉਸ ਤੋਂ ਬਾਅਦ ਕੁਝ ਵਿਆਕਰਨ ਦਿੱਤੀ ਹੋਈ ਹੈ। ਵਿਆਕਰਨ ਆਪਾਂ ਤੁਹਾਨੂੰ ਅਲੱਗ ਤੌਰ ਤੇ ਕਰਾਵਾਂਗੇ। ਜਿਹਦੇ ਵਿੱਚ ਨਾਮ ਦਿੱਤਾ ਹੋਇਆ, ਨਾਮ ਤੁਸੀਂ ਇਸ ਤੋਂ ਪੜ੍ਹ ਵੀ ਲੈਣਾ ਕਿ ਨਾਮ ਕੀ ਹੁੰਦਾ ਹੈ। ਜਿਹਦਾ ਇੱਥੇ ਉੱਤਰ ਦਿੱਤਾ ਹੋਇਆ ਕਿ ਨਾਮ ਕਿਸੇ ਵਿਅਕਤੀ, ਵਸਤੂ, ਸਥਾਨ ਤੇ ਭਾਵ ਦਾ ਜਿਹੜਾ ਬੋਧ ਕਰਾਉਂਦਾ ਉਹਨੂੰ ਨਾਮ ਕਹਿੰਦੇ ਆ। ਨਾਮ ਦੇ 5 ਪ੍ਰਕਾਰ ਇੱਥੇ ਦਿੱਤੇ ਗਏ ਆ। ਤਾਂ 5 ਪ੍ਰਕਾਰ ਜਿਹੜੇ ਹੈਗੇ ਆਪਾਂ ਡਿਟੇਲ ਨਾਲ ਤੁਹਾਨੂੰ ਇਹਨੂੰ ਅਲੱਗ ਤੋਂ ਇੱਕ ਪਾਵਰ ਪੁਆਇੰਟ ਪ੍ਰਜੈਂਟੇਸ਼ਨ ਦੇ ਨਾਲ ਸਮਝਾਵਾਂਗੇ। ਅਖੀਰ ਤੇ ਲਿਖਿਆ, ਬੱਚੋ ਆਪਣੇ ਨਾਲ ਵਾਪਰੀ ਜਿਹੀ ਦਿਲਚਸਪ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਕੋਈ ਤੁਹਾਡੇ ਨਾਲ ਅਜਿਹੀ ਡਰ ਵਾਲੀ ਘਟਨਾ ਵਾਪਰੀ ਹੋਵੇ ਤਾਂ ਉਦੋਂ ਤੁਸੀਂ ਆਪਣੇ ਸ਼ਬਦਾਂ ਵਿੱਚ ਆਪਣੀ ਕਾਪੀ ਤੇ ਲਿਖਣਾ ਹੈ। ਧੰਨਵਾਦ।